ਸਤਿ ਸ਼੍ਰੀ ਅਕਾਲ। ਚਲੋ ਚੱਲੀਏ ਵਿਦ ਪੇਅਰ ਟਰੈਵਲ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ। ਪੇਅਰ ਟਰੈਵਲ ਵੀ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਨਾਮ ਬੜਾ ਚੰਗਾ ਲੱਗਦਾ ਕਿਉਂਕਿ ਪੇਅਰ ਤੇ ਟਰੈਵਲ ਮਤਲਬ ਪੇਅਰ ਤੋਂ ਚੇਤਾ ਆ ਜਾਂਦਾ ਹੈ ਕਿ ਫਰੂਟ ਖਾਣਾ ਸਾਡੇ ਲਈ ਕਿੰਨਾ ਅੱਛਾ ਆ ਔਰ ਟਰੈਵਲ ਰੱਬ ਨੇ ਇੰਨੀ ਸੋਹਣੀ ਦੁਨੀਆ ਬਣਾਈ ਆ ਤਾਂ ਕਿਉਂ ਨਾ ਘੁੰਮ ਫਿਰ ਕੇ ਆਪਾਂ ਆਪਣੇ ਆਪ ਨੂੰ ਉਸ ਦੁਨੀਆ ਨਾਲ ਵਾਕਿਫ ਕਰਾਈਏ। ਤੇ ਹੁਣ ਅਸੀਂ ਚੱਲਦੇ ਹਾਂ ਮਿਲਦੇ ਹਾਂ ਡਾਇਰੈਕਟਰ ਆਫ ਪੇਅਰ ਟਰੈਵਲ ਮਨਦੀਪ ਜੀ ਨੂੰ ਤਾਂ ਪੁੱਛਦੇ ਹਾਂ ਅੱਜ ਸਾਨੂੰ ਉਹ ਕਿੱਥੇ ਲੈ ਕੇ ਚੱਲੇ ਆ। ਸਤਿ ਸ਼੍ਰੀ ਅਕਾਲ ਮਨਦੀਪ ਸਤਿ ਜੀ। ਸ਼੍ਰੀ ਅਕਾਲ ਰੀਮਾ ਜੀ, ਕਿੱਦਾਂ ਠੀਕ ਹੋ? ਬਸ ਵਧੀਆ ਤੁਸੀਂ ਸੁਣਾਓ ਅੱਜ ਸਾਨੂੰ ਕਿੱਥੇ ਲੈ ਕੇ ਚੱਲੇ ਹੋ। ਜੀ ਰੀਮਾ ਜੀ, ਅਸੀਂ ਬੜੀ ਸਾਰੀ ਜਗ੍ਹਾਵਾਂ ਜਾਂਦੇ ਆ ਤੇ ਅੱਜ ਦਾ ਜਿਹੜਾ ਪਾਰਟਿਕੂਲਰ ਸ਼ੋ ਹੈ ਉਹ ਅਸੀਂ ਦੋ ਬੜੀ ਵਾਈਬ੍ਰੈਂਟ ਜਗ੍ਹਾ ਕਵਰ ਕਰਦੇ ਹੈਗੇ ਆ। ਥੋੜਾ ਜਿਹਾ ਲੌਂਗ ਹਾਲ ਹੈ ਬਟ ਇਟਸ ਵਰਥ ਇਟ। ਇਟਸ ਮਲੇਸ਼ੀਆ ਐਂਡ ਬਾਲੀ। ਵਾਓ। ਯਾ ਸੋ ਮਲੇਸ਼ੀਆ ਤੇ ਬਾਲੀ ਜਾਣ ਦਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਸ ਬਾਰੇ ਅਸੀਂ ਗੱਲ ਕਰਾਂਗੇ ਲੇਕਿਨ ਇਸ ਤੋਂ ਪਹਿਲਾਂ ਅਸੀਂ ਇਹ ਜਾਣ ਲਈਏ ਕਿ ਪੇਅਰ ਟਰੈਵਲ ਕਦੋਂ ਸ਼ੁਰੂ ਹੋਇਆ। ਸੋ ਰੀਮਾ ਜੀ, ਜਦੋਂ ਅਸੀਂ ਟਰੈਵਲ ਦੀ ਗੱਲ ਕਰੀਏ, ਜਿਹੜੀ ਸਾਡੀ ਮਦਰ ਕੰਪਨੀ ਹੈ ਜਿਹਨੂੰ ਅਸੀਂ ਰੂਟ ਕਹਿ ਸਕਦੇ ਹਾਂ, ਜੈਡ ਕਹਿ ਸਕਦੇ ਹਾਂ, ਉਹ ਪੰਜਾਬ ਰੇਡੀਓ ਹੈ। ਇਟਸ ਬੀਨ 25 ਇਅਰਸ ਪੰਜਾਬ ਰੇਡੀਓ ਹੈਜ਼ ਬੀਨ ਬ੍ਰੌਡਕਾਸਟਿੰਗ। ਤੇ ਜਿਹੜਾ ਟਰੈਵਲ ਦਾ ਸਾਡਾ ਬਿਜ਼ਨਸ ਹੈ, ਜਿੰਨਾ ਪੁਰਾਣਾ ਪੰਜਾਬ ਰੇਡੀਓ ਹੈ ਓਨਾ ਹੀ ਪੁਰਾਣਾ ਹੈ, ਕਿਉਂਕਿ ਪਾਕਿਸਤਾਨ ਦੇ ਟੂਰਸ ਅਸੀਂ ਸ਼ੁਰੂ ਕੀਤੇ ਸੀ 2002 ਐਂਡ ਵਿੱਚ 2003 ਤੇ ਤਾਂ ਤੋਂ ਹੀ ਲੈ ਕੇ ਪਾਕਿਸਤਾਨ ਟੂਰਸ ਪੰਜਾਬ ਰੇਡੀਓ ਦੇ ਨਾਲ ਚੱਲਦੇ ਆਏ ਹੈਗੇ ਆ। ਆਈ ਕੈਨ ਵੈਰੀ ਪ੍ਰਾਊਡਲੀ ਸੇ ਦੈਟ ਵੀ ਆਰ ਦ ਪਾਇਨੀਅਰਸ। ਜਦੋਂ ਅਸੀਂ ਪਾਕਿਸਤਾਨ ਟੂਰ ਸ਼ੁਰੂ ਕੀਤੇ ਸੀਗੇ ਉਸ ਟਾਈਮ ਤੇ ਕੁਝ ਪਾਕਿਸਤਾਨ ਟੂਰ ਹੁੰਦੇ ਸੀਗੇ, ਮਗਰ ਉਹ ਰਿਹਾਇਸ਼ ਜਿਹੜੀ ਹੁੰਦੀ ਸੀਗੀ ਗੁਰਦੁਆਰੇ ਵਿੱਚ ਹੁੰਦੀ ਸੀ ਐਂਡ ਇੱਕ ਟਾਇਲਟ ਹੁੰਦਾ ਸੀਗਾ। ਤਾਂ ਬੜਾ ਬਿਕੋਜ਼ ਰੀਮਾ ਜੀ ਏਦਾਂ ਹੈਗਾ, ਕਿਉਂਕਿ ਵੀ ਬੀਨ ਲਿਵਿੰਗ ਇਨ ਦਿਸ ਕੰਟਰੀ ਨਾਓ ਸਿੰਸ ਸੋ ਮੈਨੀ ਇਅਰਸ, ਰਾਈਟ? ਤੇ ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਦੇ ਆਦੀ ਹੋ ਜਾਂਦੇ ਹੋ। ਬਿਲਕੁਲ। ਸੋ ਜਦੋਂ ਅਸੀਂ ਟੂਰ ਸਟਾਰਟ ਕੀਤੇ ਸੀ, ਪੰਜਾਬ ਰੇਡੀਓ ਨੇ ਟੂਰ ਸਟਾਰਟ ਕੀਤੇ ਸੀਗੇ ਇਹ ਸੋਚ ਕੇ ਕਿ ਜਿਹੜੀ ਰਿਹਾਇਸ਼ ਹੋਏਗੀ ਉਹ ਹੋਟਲਸ ਦੇ ਵਿੱਚ ਹੋਏਗੀ, ਹਾਂਜੀ। 에ਅਰ ਕੰਡੀਸ਼ਨ ਕੋਚਸ ਹੋਣਗੀਆਂ, ਮਤਲਬ ਸਾਰਾ ਕੁਝ ਅਸੀਂ ਅਪਸਕੇਲ ਕੀਤਾ ਸੀਗਾ। ਐਂਡ ਸਟਿਲ ਨਾਓ ਜਿਹੜਾ ਸਾਡਾ ਸਟੈਂਡਰਡ ਹੈਗਾ ਅਸੀਂ ਉਸ ਹਿਸਾਬ ਨਾਲ ਮੇਨਟੇਨ ਕਰਕੇ ਰੱਖਿਆ ਹੈ। 2009 ਦੇ ਵਿੱਚ ਅਸੀਂ ਪਾਕਿਸਤਾਨ ਤੋਂ ਇਲਾਵਾ ਫਿਰ ਪੰਜ ਤਖਤ ਯਾਤਰਾ ਲਾਂਚ ਕੀਤੀ ਸੀਗੀ, ਜਿਹੜਾ ਇੱਕ ਹੋਰ ਰਿਲੀਜੀਅਸ ਟੂਰ ਸੀਗਾ। ਉਸ ਵਕਤ ਸਾਨੂੰ ਸਾਰਿਆਂ ਨੇ ਚੈਲੰਜ ਕੀਤਾ ਸੀਗਾ ਕਿ ਪੰਜ ਤਖਤ ਸਾਹਿਬ ਜਿਹੜੇ ਹੈਗੇ ਉਹ ਹੈਗੇ ਇੰਡੀਆ ਦੇ ਵਿੱਚ ਹੀ ਹੈ, ਤੇ ਇੰਡੀਆ ਦੇ ਵਿੱਚ ਵੈਸੇ ਵੀ ਲੋਕ ਜਾ ਕੇ ਮੱਥਾ ਟੇਕ ਲੈਂਦੇ, ਤੇ ਟੂਰ ਦੇ ਨਾਲ ਕੌਣ ਟਰੈਵਲ ਕਰੇਗਾ। ਐਂਡ ਪਾਰਟਿਕੂਲਰਲੀ ਕਿਸੇ ਨੇ ਮੈਨੂੰ ਕਿਹਾ ਸੀਗਾ ਕਿ ਤੂੰ ਇਹ ਟੂਰ ਵੇਚ ਨਹੀਂ ਸਕਦਾ। ਸੋ ਆਈ ਟੁਕ ਦ ਚੈਲੰਜ, ਯਾ ਵੈਰੀ ਓਨੈਸਟਲੀ ਆਈ ਟੁਕ ਦ ਚੈਲੰਜ। ਤੇ ਮੈਂ ਕਿਹਾ ਹੁਣ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਕਿ ਮੈਂ ਵੇਚ ਨਹੀਂ ਸਕਦਾ, ਆਈ ਟੈਲ ਯੂ, ਬਿਕੋਜ਼ ਮੇਰੀ ਪੜ੍ਹਾਈ ਵੀ ਮਾਰਕੀਟਿੰਗ ਵਿੱਚ ਹੈ, ਮੇਰੀ ਡਿਗਰੀ ਵੀ ਮਾਰਕੀਟਿੰਗ ਵਿੱਚ ਹੈ। I'm not a very good salesperson, but I can do marketing and branding perfectly. Then we started, advertising for ਕਿਉਂਕਿ ਸਾਡਾ ਮੀਡੀਆ ਆਪਣਾ ਹੈਗਾ ਪੰਜਾਬ ਰੇਡੀਓ, ਤੇ ਅਸੀਂ ਐਡਵਰਟਾਈਜ਼ ਕਰਨਾ ਸਟਾਰਟ ਕੀਤਾ ਫॉर ਪੰਜ ਤਖਤ ਯਾਤਰਾ। ਮਗਰ ਇਹ ਸਾਰਾ ਕੁਝ ਪੰਜਾਬ ਰੇਡੀਓ ਦੇ ਬੈਨਰ ਦੇ ਥੱਲੇ ਹੀ ਚੱਲਿਆ ਆ ਰਿਹਾ ਸੀਗਾ। 2021 ਦੇ ਵਿੱਚ ਆਫਟਰ ਕੋਵਿਡ ਤੇ ਅਸੀਂ ਫਿਰ ਸੋਚਿਆ, ਕਿਉਂਕਿ ਕਾਫੀ ਵੱਡੇ ਸਕੇਲ ਤੇ ਅਸੀਂ ਇਹ ਸਾਰੇ ਟਰੈਵਲ ਬੜੀ ਸਾਰੀ ਕੰਟਰੀਜ਼ ਐਡ ਆਨ ਹੋ ਗਿਆ ਅਸੀਂ ਕਰ ਰਹੇ ਸੀਗੇ, ਤੇ ਫਿਰ ਅਸੀਂ ਇਹ ਸੋਚਿਆ ਕਿ ਜਿਹੜਾ ਟਰੈਵਲ ਪਾਰਟ ਹੈਗਾ ਉਹਨੂੰ ਅਸੀਂ ਐਜ਼ ਅ ਸਿਸਟਰ ਕੰਪਨੀ ਰਜਿਸਟਰ ਕਰੀਏ, ਐਂਡ ਜਿਹੜਾ ਰੇਡੀਓ ਹੈਗਾ ਵੀ ਕੀਪ ਇਟ ਐਜ਼ ਅ ਮੀਡੀਆ। ਸੋ ਈਵਨ ਜਿਹੜਾ ਇੰਟਰਸਟਿੰਗਲੀ ਉਸ ਟਾਈਮ ਤੇ ਫਿਰ 2021 ਦੇ ਵਿੱਚ ਅਸੀਂ ਟਿਕਟਸ ਦਾ ਵੀ ਸ਼ੁਰੂ, ਕਿਉਂਕਿ ਜਦੋਂ ਕੋਵਿਡ ਸੀਗਾ ਕਾਫੀ ਸਾਰੇ ਟਰੈਵਲ ਏਜੰਟ ਬੰਦ ਹੋ ਗਏ ਸੀਗੇ, ਐਂਡ ਜਦੋਂ ਅਸੀਂ ਰੇਡੀਓ ਸ਼ੋਅ ਕਰਦੇ ਸੀਗੇ ਤੇ ਸਾਨੂੰ ਇਹੀ ਜ਼ਿਆਦਾ ਸਵਾਲ ਆਉਂਦੇ ਸੀਗੇ ਕਿ ਅਸੀਂ ਟਿਕਟਸ ਕਿੱਥੋਂ ਲਈਏ, ਕਿਉਂਕਿ ਏਜੰਟ ਸਾਰੇ ਬੰਦ ਹੈ। ਸੋ ਉਸ ਟਾਈਮ ਤੇ ਸਾਡੇ ਕੁਝ ਇੰਡਸਟਰੀ ਪਾਰਟਨਰਸ ਹੀ ਸੀਗੇ ਜਿਹੜੇ ਕਿ ਉਸ ਟਾਈਮ ਤੇ ਜਿਨ੍ਹਾਂ ਤੋਂ ਅਸੀਂ ਟਿਕਟਸ ਲੈ ਕੇ ਐਂਡ ਫਿਰ ਅਸੀਂ ਟਿਕਟਸ। ਇੱਕ ਹੋਰ ਚੈਲੰਜ ਇਹ ਸੀਗਾ ਕਿ ਉਸ ਟਾਈਮ ਤੇ ਟਿਕਟ ਸਸਤੀ ਮਿਲਣੀ ਬਹੁਤ ਔਖੀ ਸੀਗੀਆਂ, ਐਂਡ ਕਿਉਂਕਿ ਏਜੰਟਸ ਬਹੁਤ ਘੱਟ ਸੀਗੇ, ਉਹ ਟਿਕਟਸ ਉੱਤੇ ਮਾਰਕਅਪ ਬਹੁਤ ਜ਼ਿਆਦਾ ਲਾ ਕੇ ਦੇ ਰਹੇ ਸੀ, ਮਤਲਬ 200 ਪਾਉਂਡ 300 ਪਾਉਂਡ 400 ਪਾਉਂਡ। ਐਂਡ ਜਦੋਂ ਆਂਟੀ ਫੋਨ ਕਰਦੀ ਸੀ ਕਿ ਆਈ ਫੈਲਟ ਵੈਰੀ ਬੈਡ ਅਬਾਊਟ ਇਟ, ਕਿ ਉਹ ਇੰਨੀ ਮਹਿੰਗੀ, ਕਿਉਂਕਿ ਮੈਨੂੰ ਪਤਾ ਸੀਗਾ ਕਿ ਉਹ ਟਿਕਟ ਕਿੰਨੇ ਦੀ ਹੈ, ਐਂਡ ਆਈ ਡਿਡਨਟ ਵਾਂਟ ਟੂ ਕਿਲ ਦ business for the other agents as well, ਕਿਉਂਕਿ ਇਹਨਾਂ ਦਾ ਬਿਜ਼ਨਸ ਨਹੀਂ ਸੀਗਾ, ਤੇ ਮਾਰਕਅਪ ਦੇ ਨਾਲ ਹੀ ਕਿਉਂਕਿ ਤੁਸੀਂ ਆਪਣੇ ਖਰਚੇ ਵੀ ਕੱਢਣੇ ਹੈਗੇ। ਸੋ ਫਿਰ ਇਹੀ ਸੀਗਾ ਕਿ ਆਬਵੀਅਸਲੀ ਅਸੀਂ ਵੀ ਉਸ ਟਾਈਮ ਤੇ ਸ਼ੁਰੂ ਕੀਤੀਆਂ ਟਿਕਟਸ ਵੇਚਣੀਆਂ, ਐਂਡ ਹੌਲੀ ਹੁਣ ਆਈਟਾ ਵੀ ਹੈਗਾ, ਸੋ ਵੀ ਆਰ ਆਲ ਸੈਟ ਨਾਓ। ਦੈਟਸ ਗ੍ਰੇਟ। ਸੋ ਫਿਰ ਤੁਸੀਂ ਸ਼ੁਰੂ ਤਾਂ ਕਰ ਲਈ ਕੰਪਨੀ, ਤੇ ਤੁਹਾਡੇ ਮਾਈਂਡ ਜਦੋਂ ਤੁਸੀਂ ਨਾਮ ਸੋਚ ਰਹੇ ਸੀਗੇ ਉਹ ਫਿਰ ਪੇਅਰ ਟਰੈਵਲ ਮਤਲਬ ਪੇਅਰ ਕਿੱਦਾਂ ਮਾਈਂਡ ਵਿੱਚ ਆਇਆ ਤੁਹਾਨੂੰ? ਏਦਾਂ ਲੱਗਾ ਕਿ ਬਈ ਹੈਲਦੀ ਹੋਣਾ ਚਾਹੀਦਾ ਸਾਨੂੰ, ਇਸ ਕਰਕੇ ਤੁਸੀਂ ਨਾਮ ਏਦਾਂ ਰੱਖਿਆ? ਕੋਈ ਹੋਰ ਸਟੋਰੀ ਆ? ਵੀ ਨੀਡ ਅ ਹੈਲਥੀ, ਐਂਡ ਹੁਣ ਅੱਜਕੱਲ ਟਾਈਮ ਹੀ ਏਦਾਂ ਦਾ ਚੱਲ ਰਿਹਾ ਹੈਲਥ ਅਵੇਅਰਨੈਸ ਦਾ। ਬਿਲਕੁਲ ਸਾਰੇ ਹੀ ਦੇਰ ਸੋ ਵੈਸੇ ਕੋਈ ਵੀ ਦੇਖੋ, ਜਦੋਂ ਇੰਡੀਆ ਅਸੀਂ ਜਾਂਦੇ ਆ ਨਾ, ਕਿਉਂਕਿ ਮੈਂ ਤਾਂ ਇੰਡੀਆ ਕਾਫੀ ਟਰੈਵਲ ਕਰਦਾ, ਮੈਂ ਨਾ ਇੱਕ ਵਾਰੀ ਆਈ'll tell you very interesting thing। ਸੋ ਮੇਰੇ ਜਿਹੜੇ
ਇੰਡੀਆ ਦੇ ਵਿੱਚ ਸਾਡੀ ਟੀਮ ਹੈਗੀ ਆ ਤੇ ਉਹਨਾਂ ਵਿੱਚੋਂ ਨਾ ਕਿਸੇ ਨੇ ਕਿਹਾ ਕਿ ਮੈਂ ਤੁਹਾਨੂੰ ਨਾ ਇੱਕ ਖਵਾ ਕੇ ਲਿਆਣਾ ਹੈਗਾ ਚੁਰਚੁਰ ਨਾਨ and I had no idea, you know, what is churchur naan. And he's like, no, churchur naan, but I was like, churchur naan. And then he took me to this place. So basically, क्या है कि वो नान बना के तंदूर तो ना ਜਦੋਂ ਤੋੜਦੇ ਨਾ ਆਵਾਜ਼ ਆਉਂਦੀ ਚੁਰ so that's how they got the name ਚੁਰ ਪਹਿਲਾਂ ਮੈਨੂੰ ਪਤਾ ਲੱਗਾ ਚੁੜ ਕਹਿ ਰਹੇ ਜਿੱਦਾਂ ਕੋਈ ਇੱਕ ਦੂਜੇ ਨੂੰ ਜਿੱਦਾਂ ਉਹ ਨਹੀਂ ਕਰਦੇ ਹੁੰਦੇ ਨੋਕ ਝੋਕ ਚੁਰ ਐਂਡ ਮੈਨੂੰ ਵੀ ਨਹੀਂ ਪਤਾ ਸੀ ਕਿ ਮੈਂ ਤੇ ਬੜਾ ਅਮੇਜ਼ ਹੋਇਆ ਫਿਰ ਮੈਂ ਗੂਗਲ ਸਰਚ ਕੀਤਾ ਚੁਰ ਨਾਮ ਤੇ ਅਸੀਂ ਨਾ we went to this shop in Delhi and I was so amazed, you know, ਅਸੀਂ ਤੇ ਇੱਕ ਨਾਨ ਮੰਗਾਇਆ ਉਹ ਅੱਧਾ ਵੀ ਨਹੀਂ ਖਾਦਾ ਗਿਆ, you know, it was so and then you know there are people sitting there पहले नान खा रहे हैं फिर छोले भटूरे खा रहे हैं फिर लस्सी का ग्लास पी रहे हैं and फिर जलेबी भी स्पेशली मंगा के खा रहे हैं नाच like oh my god full diet ਇਹਨੂੰ ਕਹਿੰਦੇ ਪੰਜਾਬੀ diet ਖਾਣ ਪੀਣ ਵਾਲੀ when we come to this country now here you know everyone is going to gym people don't want to eat trans fats people don't want to eat you know ਜਿਹੜੇ oils ਵਗੈਰਾ ਹੈਗੇ ਆ butter ਵਗੈਰਾ ਹੈਗੇ ਆ so ਹਾਂ healthy ਨਾਮ ਚਾਹੀਦਾ ਸੀਗਾ and so I mentioned Punjab Radio. Punjab Radio is PR initials as they say, right? So me and Sujit Paji we had a very big discussion बड़े सारे नाम आए ਤੇ ਫਿਰ ਫੋਨ ਪਿਆ ਸੀਗਾ ਸਾਡੇ ਡੈਸਕ ਤੇ ਮੈਂ ਸੋਚਿਆ ਫੋਨ ਤੇ ਐਪਲ ਦਾ ਤੇ ਐਪਲ ਵਾਲੇ ਫੋਨ ਭੇਜ ਸਕਦੇ ਆ ਤੇ ਅਸੀਂ PR so ਜਿਹੜਾ ਪੇਅਰ ਹੈ ਨਾ it sounds same as PR which is Punjab Radio so ਅਸੀਂ ਸੋਚਿਆ ਕਿ ਪੇਅਰ ਫਰੂਟ ਵੀ ਉਹਦਾ ਦਾ ਨਾਮ ਹੈਗਾ and then why not, you know, we can if they can sell phones we can sell travel ਮੈਂ ਜਾਣੀ ਆ ਨਾ ਕਿਤੇ ਔਰ ਮੈਂ ਪੇਅਰ ਨੂੰ ਦੇਖਦੀ ਆ ਮੈਨੂੰ ਡੈਫੀਨਿਟਲੀ ਤੁਸੀਂ ਜਿੱਤੇ ਆਉਂਦੇ ਹੋ ਮੈਂ ਕਿਹਾ ਵਾਓ ਪੇਅਰ ਟਰੈਵਲ ਯੈਸ and it's a very nice fruit no one hates pear ਕਿਉਂਕਿ ਸਾਰੇ ਕਾਫੀ ਫਰੂਟਸ ਦੇ ਨਾਲ ਲਵ ਐਂਡ ਹੇਟ ਰਿਲੇਸ਼ਨਸ਼ਿਪ ਹੁੰਦਾ ਨਾ ਲੋਕਾਂ ਦਾ ਕਿਸੇ ਨੂੰ ਪਸੰਦ ਆਂਦਾ ਨਹੀਂ ਆਂਦਾ ਮੈਂ ਕਿਹਾ ਪੇਅਰ ਤਾਂ ਸਾਰਿਆਂ ਨੂੰ ਪਸੰਦ ਉਹ ਕਿਹੜੀਆਂ ਸਰਵਿਸਿਜ਼ ਅਵੇਲੇਬਲ ਆ ਪੇਅਰ ਟਰੈਵਲ ਦੇ ਅੰਦਰ ਸੋ ਪੇਅਰ ਟਰੈਵਲ ਦੇ ਰੀਮਾ ਜੀ ਟੂਰਸ ਤੇ ਸਭ ਤੋਂ ਜ਼ਿਆਦਾ ਫੇਮਸ ਹੈਗੇ ਹੀ ਹੈ ਜਿਹੜੇ ਅਸੀਂ ਗਰੁੱਪ ਟੂਰਸ ਕਰਦੇ ਹੈਗੇ ਆ ਉਸ ਤੋਂ ਇਲਾਵਾ ਅਸੀਂ ਇੰਡੀਵਿਜੂਅਲ ਹੌਲੀਡੇਜ਼ ਜੇ ਅਗਰ ਤੁਸੀਂ ਫੈਮਿਲੀ ਫਰੈਂਡਸ ਨਾਲ ਟਰੈਵਲ ਕਰਨਾ ਹੈ ਸਪੈਸ਼ਲੀ ਅਸੀਂ ਹੇਮਕੁੰਟ ਸਾਹਿਬ ਜੀ ਦੇ ਬਹੁਤ ਸਾਰੇ ਟੂਰਸ ਬਣਾਉਣੇ ਹੈਗੇ ਆ ਦੁਬਈ ਦੇ ਕਾਫੀ ਕੰਟਰੀਜ਼ ਦੇ ਅਸੀਂ ਬਣਾਉਣੇ ਆ ਟੂਰਸ ਤੇ ਉਸ ਤੋਂ ਇਲਾਵਾ ਜੇ ਤੁਸੀਂ ਟਿਕਟਸ ਲੈਣੀ ਹੈ ਵੀਜ਼ਾਸ ਕਰਨੇ ਆ ਇੰਡੀਅਨ ਵੀਜ਼ਾ ਸ਼ੈਨਗਨ ਵੀਜ਼ਾ ਇਜਿਪਟ ਮੋਰੋਕੋ ਕਾਫੀ ਸਾਰੀ ਕੰਟਰੀਜ਼ ਦੇ ਵੀਜ਼ਾਸ ਅਸੀਂ ਕਰਦੇ ਆ ਉਸ ਤੋਂ ਇਲਾਵਾ OCI ਓਵਰਸੀਜ਼ ਸਿਟੀਜ਼ਨ ਆਫ ਇੰਡੀਆ OCI ਕਾਰਡ ਤੁਸੀਂ ਕਰਨਾ ਹੈਗਾ ਪਾਸਪੋਰਟ ਰਿਨਿਊਵਲ ਤੁਸੀਂ ਕਰਨਾ ਹੈਗਾ ਪੈਨ ਕਾਰਡ ਜਿਹੜਾ ਪਰਮਨੈਂਟ ਅਕਾਊਂਟ ਨੰਬਰ ਇੰਡੀਆ ਹੁੰਦਾ ਹੈ ਇੰਡੀਆ ਦੇ ਵਿੱਚ ਕਰ ਸਕਦੇ ਹੋ ਇੱਥੇ ਬੈਠ ਕੇ ਤੁਸੀਂ ਪੈਨ ਕਾਰਡ ਹਾਂ ਅਸੀਂ ਤੁਹਾਡਾ ਬਣਵਾ ਸਕਦੇ ਹੋ ਔਰ ਇੱਥੇ ਹੀ ਆ ਜਾਂਦਾ ਹੈ ਪੋਸਟ ਹੋ ਕੇ ਓਕੇ ਬ੍ਰਿਲੀਅੰਟ ਫਿਜ਼ੀਕਲੀ ਸੋ ਇਹ ਸਾਰੀ ਸਰਵਿਸਿਜ਼ ਹੈ ਉਸ ਤੋਂ ਇਲਾਵਾ ਹੋਰ ਵੀ travel related ਤੁਹਾਨੂੰ ਟ੍ਰਾਂਸਫਰਸ ਚਾਹੀਦੇ ਆ ਐਕਸਕਰਸ਼ਨਸ ਚਾਹੀਦੇ ਆ ਗਾਈਡਸ ਚਾਹੀਦੇ ਆ even ਇੰਡੀਆ ਦੇ ਵਿੱਚ ਟੈਕਸਸ ਚਾਹੀਦੀ ਹੈ ਕਿਸੇ ਕੰਟਰੀ ਦੇ ਵਿੱਚ ਤੁਹਾਨੂੰ ਜੋ ਵੀ ਚਾਹੀਦਾ ਹੈਗਾ we can provide everything okay that's really brilliant I think especially OCI ਬਾਰੇ ਅਸੀਂ ਸਪੈਸ਼ਲੀ ਗੱਲ ਕਰਾਂਗੇ ਇਸ ਬਾਰੇ ਸੋ ਹੁਣ ਅਸੀਂ ਚੱਲਦੇ ਆ ਮਲੇਸ਼ੀਆ ਤੇ ਬਾਲੀ ਹਾਂ ਸੋ ਫਿਰ ਸਾਨੂੰ ਹੁਣ ਸਭ ਤੋਂ ਪਹਿਲਾਂ ਇਹ ਦੱਸੋ ਕਿ ਕਿਹੜੀ ਡੇਟਸ ਨੂੰ ਤੁਸੀਂ ਲੈ ਕੇ ਜਾ ਰਹੇ ਹੋ ਸੋ ਜਿਹੜੀ ਮਲੇਸ਼ੀਆ ਬਾਲੀ ਟੂਰ ਹੈਗਾ ਨੈਕਸਟ ਡੇਟ ਫੈਬਰੂਰੀ ਦੇ ਵਿੱਚ ਹੈ 2026 2nd February until 13th of February so ਦੋਨੋਂ ਹੀ ਬੜੀ you know ਵਧੀਆ ਜਗ੍ਹਾਵਾਂ ਹੈਗੀ and so ਪਹਿਲਾਂ ਕਿੱਥੇ ਜਾ ਰਹੇ ਆ ਮਲੇਸ਼ੀਆ ਜਾਂ ਬਾਲੀ ਪਹਿਲੇ ਅਸੀਂ ਮਲੇਸ਼ੀਆ ਜਾਂਦੇ ਆ ਕਿਉਂਕਿ ਸੋ ਜਿਹੜਾ ਸਾਡਾ ਟੂਰ ਹੁੰਦਾ ਹੈ 10 ਦਿਨ ਦਾ ਉਹਦੇ ਵਿੱਚ ਜ਼ਿਆਦਾ ਪਾਰਟ ਬਾਲੀ ਦਾ ਹੈ ਓਕੇ ਐਂਡ ਮਲੇਸ਼ੀਆ ਦਾ ਵੀ ਪਾਰਟ ਹੈ ਬਟ ਘੱਟ ਹੈ ਲੈਸ ਦੈਨ ਬਾਲੀ ਬਿਕਾਜ਼ ਬਾਲੀ ਇਜ਼ ਦਾ ਹਾਈਲਾਈਟ ਸੋ ਅਸੀਂ ਫਿਰ ਏਦਾਂ ਹੁੰਦਾ ਨਾ ਕਿ ਜਿਹੜੀ ਵਧੀਆ ਚੀਜ਼ ਉਹ ਲਾਸਟ ਤੱਕ ਬਚਾ ਕੇ ਰੱਖਦੇ ਵੈਸੇ ਤਾਂ ਦੋਨੋਂ ਵਧੀਆ ਹੈ ਬਟ ਬਾਲੀ ਫਿਰ ਬੀਚਸ ਵਗੈਰਾ ਹੈਗੀਆਂ ਸੋ ਮਲੇਸ਼ੀਆ ਦੇ ਵਿੱਚ ਅਸੀਂ ਕੁਆਲਾਲੰਪੁਰ ਕਵਰ ਕਰਦੇ ਆ ਕੈਪੀਟਲ ਸਿਟੀ ਆਪਾਂ ਪਹਿਲਾਂ ਉੱਥੇ ਲੈਂਡ ਕਰਦੇ ਪਹਿਲੇ ਅਸੀਂ ਕੁਆਲਾਲੰਪੁਰ 에ਅਰਪੋਰਟ ਹੀ ਲੈਂਡ ਕਰਦੇ ਹੈਗੇ ਐਂਡ ਦੈਨ ਕੁਆਲਾਲੰਪੁਰ ਦੇ ਵਿੱਚ ਕਾਫੀ ਸਾਰੀ ਅਸੀਂ ਫੇਮਸ ਚੀਜ਼ਾਂ ਜਿੱਦਾਂ ਉਹਨਾਂ ਦੇ ਪੈਟਰੋਨਾ ਟਾਵਰਸ ਹੈਗੇ ਟਵਿਨ ਟਾਵਰਸ ਬਾਟੂ ਕੇਵਸ ਹੈਗੀ ਹੈ ਜਿਹੜੀ ਕਿ ਨੈਚੁਰਲ ਕੇਵਸ ਹੈ ਐਂਡ ਦੇ ਆਰ ਵੈਰੀ ਬਿਊਟੀਫੁਲ ਮਲੇਸ਼ੀਆ ਦੇ ਵਿੱਚ ਸੋ ਕੁਆਲਾਲੰਪੁਰ ਅਸੀਂ ਪਹੁੰਚ ਕੇ ਹੋਰ ਵੀ ਕਿਸੇ ਮਲੇਸ਼ੀਆ ਦੀ ਕਿਸੇ ਹੋਰ ਸਿਟੀਜ਼ ਚ ਵੀ ਜਾਂਦੇ ਆ ਜਾਂ ਸਾਰਾ ਕੁਝ ਉੱਥੇ ਹੀ ਹੈ ਨਹੀਂ ਅਸੀਂ ਕੁਆਲਾਲੰਪੁਰ ਹੀ ਕਵਰ ਕਰਦੇ ਆ ਮਲੇਸ਼ੀਆ ਦੇ ਵਿੱਚ ਸੋ ਮਲੇਸ਼ੀਆ ਇਜ਼ ਅ ਵੈਰੀ ਬਿਗ ਕੰਟਰੀ ਤੇ ਮਲੇਸ਼ੀਆ ਦੇ ਵਿੱਚ ਕਿਉਂਕਿ ਕੁਆਲਾਲੰਪੁਰ ਦੇ ਵਿੱਚ ਇਟਸੈਲਫ ਯੂ نو ਇਟ ਹੈਜ਼ ਲੋਟ ਆਫ ਅਟਰੈਕਸ਼ਨਸ ਸੋ ਅਸੀਂ ਉੱਥੇ 3 ਰਾਤਾਂ ਰਹਿੰਦੇ ਆ 4 ਦਿਨ ਤੇ ਉਹ ਸਾਰਾ ਅਸੀਂ ਕੁਆਲਾਲੰਪੁਰ ਦੇ ਹੀ ਆਸ-ਪਾਸ ਦਾ ਏਰੀਆ ਸਭ ਕਵਰ ਕਰਦੇ ਆ ਇੱਕ ਜਗ੍ਹਾ ਅਸੀਂ ਬਾਹਰ ਜਾਣੇ ਹੈਗੇ ਵਿਚ ਆਰ ਜੈਂਟਿੰਗ ਹਾਈਲੈਂਡਸ ਤੇ ਉੱਥੇ ਅਸੀਂ ਕੇਬਲ ਕਾਰ ਤੇ ਜਾਣੇ ਕਿਉਂਕਿ ਖੂਬਸੂਰਤ ਨਜ਼ਾਰੇ ਹੈਗੇ ਆ ਸੋ ਉਸ ਉੱਥੇ ਜਾਣੇ ਹੈਗੇ ਨੇ ਸਭ ਦਾ ਹਿਲਸ ਬਾਕੀ ਸਾਰੀ ਚੀਜ਼ਾਂ ਅਸੀਂ ਮਲੇਸ਼ੀਆ ਕੁਆਲਾਲੰਪੁਰ ਦੇ ਵਿੱਚ ਕਵਰ ਕਰਦੇ ਆ ਸੋ ਜਿਹੜੇ ਕੇਬਲ ਕਾਰ ਔਰ ਇਹ ਸਾਰੇ ਦੇ ਆਮ ਸ਼ੋਰ ਉੱਥੇ ਟਿਕਟਸ ਵਗੈਰਾ ਹੋਣਗੇ ਸੋ ਉੱਥੇ ਅਲੱਗ ਸਾਨੂੰ ਤਾਂ ਕੁਝ ਨਹੀਂ ਕਰਨਾ ਪੈਂਦਾ ਐਵਰੀਥਿੰਗ ਇਜ਼ ਇਨਕਲੂਡਡ ਇਨ ਦ ਪੈਕੇਜ ਨਾ
ਸੋ ਜਿਹੜੀ ਅਸੀਂ ਕੇਬਲ ਕਾਰ ਕਰ ਰਹੇ ਹੈਗੇ ਇਵਨ ਐਂਟਰੈਂਸ ਟਿਕਟਸ ਵਗੈਰਾ ਹੈ ਸੋ ਅਸੀਂ ਕਿੱਥੇ ਵੀ ਰੀਮਾ ਜੀ ਦੇਖੋ ਗਰੁੱਪ ਜਿਹੜਾ ਹੈ 40 ਲੋਕਾਂ ਦਾ ਹੈ ਯਾ ਸੋ ਅਸੀਂ ਇਹ ਨਹੀਂ ਕਰਦੇ ਕਿ ਕਿਊ ਲਗਵਾ ਦਈਏ ਉੱਥੇ ਕਿ ਤੁਸੀਂ ਇੱਕ ਇੱਕ ਟਿਕਟ ਖਰੀਦੋ ਜਾਂ ਯੂ نو ਇਟਸ ਵੈਰੀ ਡਿਫਿਕਲਟ ਸੋ ਐਵਰੀਥਿੰਗ ਇਜ਼ ਡਨ ਇਨ ਐਡਵਾਂਸ ਗਰੁੱਪ ਦੇ ਵਿੱਚ ਟਰੈਵਲ ਇਹੀ ਕਰਨ ਦਾ ਫਾਇਦਾ ਹੈਗਾ ਕਿ ਸਾਰਾ ਕੁਝ ਤੁਹਾਡਾ ਸੋਰਟਡ ਹੁੰਦਾ ਹੈ ਤੁਸੀਂ ਕੁਝ ਵੀ ਨਹੀਂ ਕਰਨਾ ਹਾਂਜੀ ਸਿਰਫ ਤੁਸੀਂ ਆਪਣੀ ਬੁਕਿੰਗ ਕਰਨੀ ਹੈ ਤੁਸੀਂ ਜਾਣਾ ਹੈ ਤੇ ਸਾਰਾ ਕੁਝ ਤੁਹਾਡੇ ਵਾਸਤੇ ਆਰਗੇਨਾਈਜ਼ਡ ਹੈਗਾ ਸੋ ਅਸੀਂ ਸਿਰਫ ਪੇਅਰ ਟਰੈਵਲ ਨੂੰ ਕੰਟੈਕਟ ਕਰਨਾ ਹੈ ਤਾਂ ਉਹ ਸਾਡੇ ਲਈ ਸਾਰਾ ਕੁਝ ਅਰੇਂਜ ਕਰ ਦਿੰਦੇ ਆ ਔਰ ਖਾਣੇ ਦੇ ਬਾਰੇ ਵੀ ਦੱਸੋ ਕਿਉਂਕਿ ਖਾਣਾ ਤੇ ਮੇਨ ਹੈ ਨਾ ਮਤਲਬ ਪੇਅਰ ਹੁੰਦਾ ਹੈ ਨਾਲ ਤੇ ਪੇਅਰ ਦੇ ਨਾਲ ਹੋਰ ਕੀ ਮਿਲਦਾ ਸਾਨੂੰ ਬਹੁਤ ਬਹੁਤ ਇੰਪੋਰਟੈਂਟ ਚੀਜ਼ ਹੈ ਰੀਮਾ ਜੀ ਕਿਉਂਕਿ ਖਾਣੇ ਦੇ ਨਾਲ ਨਾ ਸਾਡੀ ਜਿਹੜੀ ਕਮਿਊਨਿਟੀ ਹੈ ਇਮੋਸ਼ਨਲੀ ਅਟੈਚਡ ਹੈ ਬਿਲਕੁਲ ਸੋ ਖਾਣਾ ਜਿਹੜਾ ਹੈਗਾ ਨਾ we have been but because you know as I told you we've been doing this since last 23-24 years now ਤੇ ਸਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਦੇਖੋ ਰੀਮਾ ਜੀ ਏਦਾਂ ਹੈ ਕਿ ਅਸੀਂ all the time ਇੰਡੀਅਨ ਵੀ ਨਹੀਂ ਖਾ ਸਕਦੇ ਬਿਲਕੁਲ ਪੂਰੇ ਇੰਡੀਅਨ ਨਹੀਂ ਰਹਿ ਗਏ ਹੋ all the time you know ਲੋਕਲ ਕੁਜ਼ੀਨ ਵੀ ਨਹੀਂ ਖਾ ਸਕਦੇ ਕਿਉਂਕਿ ਕਈ ਵਾਰੀ ਲੋਕਲ ਕੁਜ਼ੀਨਸ ਦੇ ਵਿੱਚ ਨਾ ਕਈ ਲੋਕ ਹੈ ਜਿਹੜੇ ਵੈਜੀਟੇਰੀਅਨ ਹੁੰਦੇ ਆ ਟੂਰ ਦੇ ਵਿੱਚ ਉਹਨਾਂ ਦੀ ਫਿਰ ਲਿਮਿਟੇਸ਼ਨ ਕਾਫੀ ਹੋ ਜਾਂਦੀ ਹੈ ਸੋ we do you know mix and match Indian meal western meal and local meal as well ਸੋ ਜਦੋਂ ਅਸੀਂ ਮਲੇਸ਼ੀਆ ਦੇ ਵਿੱਚ ਹੈਗੇ ਆ ਕੋਲੰਪੁਰ ਦੇ ਵਿੱਚ ਹੈਗੇ ਆ ਮਲੇਸ਼ੀਅਨ ਮੀਲਸ ਵੀ ਖਾਂਦੇ ਆ ਤੇ ਜਦੋਂ ਅਸੀਂ ਬਾਲੀ ਦੇ ਵਿੱਚ ਆ ਬੈਲੀਨੀਜ਼ ਵੀ ਖਾਂਦੇ ਆ ਇੰਡੀਅਨ ਵੀ ਖਾਂਦੇ ਆ ਤੇ ਵੈਸਟਰਨ ਮੀਲ ਵੀ ਚਾਈਨੀਜ਼ ਵੀ ਅਸੀਂ ਉੱਥੇ ਕਰਦੇ ਹੈਗੇ ਦੇयर इज ਅ ਵੈਰੀ ਗੁੱਡ ਚਾਈਨੀਜ਼ ਰੈਸਟੋਰੈਂਟ देयर ਸੋ ਆਬਵੀਅਸਲੀ ਯੂਜ਼ ਕਰਦੇ ਆ ਸੋ ਇਟਸ ਅ ਮਿਕਸ ਐਂਡ ਮੈਚ ਆਫ ਮੀਲਸ ਸੋ 4 ਦਿਨ ਮਲੇਸ਼ੀਆ ਰਹਿ ਕੇ ਕੋਲਾਲੰਪੁਰ ਰਹਿ ਕੇ ਫਿਰ ਅਸੀਂ ਜਾਂਦੇ ਆ ਬਾਲੀ ਹਾਂ ਸੋ ਦੈਨ ਵੀ ਟੇਕ ਅ ਫਲਾਈਟ ਫਰਮ ਮਲੇਸ਼ੀਆ ਟੂ ਬਾਲੀ ਉਹ ਫਲਾਈਟ ਵੀ ਵਿੱਚ ਹੀ ਇਨਕਲੂਡਡ ਹੈ ਠੀਕ ਹੈ ਸੋ ਫਿਰ ਬਾਲੀ ਲੈਂਡ ਕਰਕੇ ਤੇ ਅਸੀਂ ਵੀ ਚੈੱਕ ਇਨ ਐਟ ਦਾ ਹੋਟਲ ਸੋ ਬਾਲੀ ਦੇ ਵਿੱਚ ਕਾਫੀ ਸਾਰੇ ਅੱਛੇ ਇਲਾਕੇ ਆ ਰਹਿਣ ਵਾਸਤੇ ਸੋ ਉੱਥੇ ਮਾਊਂਟੇਨਸ ਵੀ ਹੈਗੇ ਆ ਉਸ ਜਗ੍ਹਾ ਦਾ ਨਾਮ ਹੈ ਰਾਈਸ ਟੈਰੇਸਿਸ ਵੀ ਹੈਗੇ ਆ ਐਂਡ ਬੀਚਸ ਵੀ ਹੈਗੇ ਆ ਸੋ ਅਸੀਂ ਉੱਥੇ ਨਾ 2 ਹੋਟਲਸ ਯੂਜ਼ ਕਰਦੇ ਆ ਵੈਸੇ ਅਸੀਂ ਇੱਕ ਵੀ ਕਰ ਸਕਦੇ ਆ ਪਰ ਮੈਂ ਜਾਣ ਕੇ 2 ਹੋਟਲ ਯੂਜ਼ ਕਰਦਾ ਬਿਕੋਜ਼ ਬੋਥ ਦਾ ਹੋਟਲਸ ਹੈਵ ਡਿਫਰੈਂਟ ਬੀਚਸ ਅੱਛਾ ਪਾਣੀ ਦਾ ਰੰਗ ਅਲੱਗ ਹੈ ਬੀਚ ਦੇ ਸੈਂਡ ਦਾ ਰੰਗ ਅਲੱਗ ਹੈ ਸੋ ਯੂ ਗੈਟ different experience so ਤਾਂ ਕਰਕੇ ਮੈਂ ਜਾਣ ਕੇ ਉਹ 2 ਚੀਜ਼ਾਂ ਯੂਜ਼ ਕਰਦਾ ਹੈਗਾ 2 ਜਗ੍ਹਾਵਾਂ ਯੂਜ਼ ਕਰਦਾ ਸੋ ਅਸੀਂ ਸਨੂਰ ਰਹਿੰਦੇ ਆ ਐਂਡ ਨੂਸਾ ਦੂਆ ਰਹਿੰਦੇ ਹੈਗੇ ਆ ਤੇ ਕੂਟਾ ਹੈਗੀ ਜਗ੍ਹਾ ਉੱਥੇ ਅਸੀਂ ਸ਼ਾਪਿੰਗ ਕਰਦੇ ਆ ਸੋ ਬਾਲੀ ਦੇ ਵਿੱਚ ਕਾਫੀ ਸਾਰੀ ਚੀਜ਼ਾਂ ਹੈਗੀਆਂ ਸਵਿੰਗ ਹੈਗੇ ਤੁਸੀਂ ਦੇਖਿਆ ਹੋਣਾ ਜਿਹੜਾ ਰੋਪ ਪਾ ਕੇ ਲੰਬਾ ਜਿਹਾ ਯੂ نو ਜਾਂਦੇ ਰਾਈਸ ਟੈਰੇਸ ਦੇ ਵਿੱਚ ਉਹ ਇਨਕਲੂਡਡ ਹੁੰਦਾ ਸੋ ਇਟਸ ਨਾਟ ਦੈਟ ਯੂ ਹੈਵ ਟੂ ਬਾਈ ਇਟ ਇਟਸ ਇਨਕਲੂਡਡ ਇਨ ਆਵਰ ਪ੍ਰਾਈਸ ਸੋ ਯੂ ਕੈਨ ਡੂ ਸਵਿੰਗ ਐਸ ਵੈਲ ਸਨਸੈਟ ਡਿਨਰ ਵੀ ਆਈ ਥਿੰਕ ਹੁੰਦਾ ਯਾ ਸੋ ਦੇयर इज ਅ ਕ੍ਰੂਜ਼ ਸਨਸੈਟ ਡਿਨਰ ਕ੍ਰੂਜ਼ ਸੋ ਉਹ ਅਸੀਂ ਕਰਦੇ ਹੈਗੇ ਆ and that's very beautiful ਕਿਉਂਕਿ ਉੱਥੇ ਸਿਰਫ ਡਿਨਰ ਨਹੀਂ there's entertainment as well ਉਹ ਸਾਡੇ ਵਾਸਤੇ ਕਲਚਰਲ ਡਾਂਸਸ ਕਰਦੇ ਆ ਲਾਈਵ ਸਿੰਗਿੰਗ ਹੁੰਦੀ ਹੈ ਹੋਟਲ ਦੇ ਅੰਦਰ ਹੀ ਡੀਜੇ ਹੁੰਦਾ ਨਹੀਂ it's the cruise it's on the cruise so one day we just check in into the cruise and then whole evening we spend on the cruise ਜਿਹੜਾ ਉਹਨੂੰ ਬਾਲੀ ਹਾਈ ਕਹਿੰਦੇ ਆ ਸੋ ਬਾਲੀ ਹਾਈ ਕ੍ਰੂਜ਼ ਐਂਡ ਇਟਸ ਵੈਰੀ ਬਿਊਟੀਫੁਲ ਉਹ ਕਰਦੇ ਹੈਗੇ ਆ ਉਸ ਤੋਂ ਇਲਾਵਾ ਨਾ ਉੱਥੇ ਇੱਕ ਅਸੀਂ ਬੜਾ ਐਕਸਕਲੂਸਿਵ ਡਿਨਰ ਕਰਦੇ ਆ ਇਨ ਅ ਪੈਲੇਸ ਸੋ ਜਿਹੜਾ ਬਾਲੀ ਹੈ ਨਾ ਦੈਟਸ ਇੰਡੋਨੇਸ਼ੀਆ ਦ ਕੰਟਰੀ ਇਜ਼ ਇੰਡੋਨੇਸ਼ੀਆ ਬਾਲੀ ਇਜ਼ ਨਾਟ ਐਕਚੁਅਲੀ ਦ ਕੰਟਰੀ ਇਜ਼ ਵਨ ਆਫ ਦ ਆਈਲੈਂਡਸ ਕਿਉਂਕਿ ਇੰਡੋਨੇਸ਼ੀਆ ਵਿੱਚ ਬੜੇ ਆਈਲੈਂਡਸ ਹੈ ਸੋ ਉੱਥੇ ਨਾ ਜ਼ਿਆਦਾ ਵੈਸੇ ਇੰਡੋਨੇਸ਼ੀਆ ਇਜ਼ ਅ ਮੁਸਲਿਮ ਮੈਜੋਰਿਟੀ ਕੰਟਰੀ ਬਟ ਬਾਲੀ ਇਜ਼ ਹਿੰਦੂ ਮੈਜੋਰਿਟੀ ਉੱਥੇ ਜ਼ਿਆਦਾ ਜਿਹੜਾ ਰਿਲੀਜਨ ਹੈ ਉਹ ਹਿੰਦੂ ਹੈ ਤੇ ਉੱਥੇ ਨਾ ਪੈਲੇਸਿਸ ਹੈਗੇ ਆ ਉੱਥੇ ਦਾ ਜਿਹੜਾ ਪ੍ਰੈਜ਼ੈਂਟ ਪ੍ਰਿੰਸ ਹੈ ਸੋ ਉਹਦੇ ਪੈਲੇਸ ਦੇ ਵਿੱਚ ਅਸੀਂ ਡਿਨਰ ਅਰੇਂਜ ਕਰਦੇ ਜਸਟ ਫॉर ਆਵਰ ਗਰੁੱਪ ਹੋਰ ਕੋਈ ਬਾਹਰ ਤੋਂ ਲੋਕ ਨਹੀਂ ਹੁੰਦੇ ਐਂਡ ਦ ਪ੍ਰਿੰਸ ਹਿਮਸੈਲਫ ਜੁਆਇਨ ਅਸ and it's a very amazing and his Balinese dance Balinese dishes you know it's an amazing experience so log you know naal dance karte hai you know they tell us about their dishes they tell us about their culture it's very beautiful I'm sure ਉੱਥੇ ਇੰਨਾ ਅੱਛਾ ਮਾਹੌਲ ਹੁੰਦਾ ਮੈਂ ਤੁਹਾਨੂੰ ਹਰ ਵਾਰੀ ਪੁੱਛਦੀ ਆ ਕਿ ਉੱਥੇ ਫੋਟੋਗ੍ਰਾਫਰ ਨਾਲ ਹੁੰਦਾ ਕਿ ਨਹੀਂ ਹੁੰਦਾ ਕਿਉਂਕਿ ਉਹ ਸਭ ਤੋਂ ਮੇਨ ਜ਼ਰੂਰ ਹੈ ਕਿਉਂਕਿ ਯਾਦਾਂ ਕ੍ਰੀਏਟ ਕਰਨੀਆਂ ਤਾਂ ਫੋਟੋਗ੍ਰਾਫਰ ਤਾਂ ਚਾਹੀਦਾ ਸਾਰੇ 40 ਦੇ 40 ਲੋਕ ਜਾ ਕੇ ਆਪੇ ਇੰਨੇ ਵਧੀਆ ਫੋਟੋਗ੍ਰਾਫਰ ਬਣ ਜਾਂਦੇ ਆ ਤੁਸੀਂ ਦੇਖੋ ਜਗਾਵਾ ਇੰਨੀ ਵਧੀਆ ਜੋ ਉਹ ਫੋਟੋ ਪਾਉਂਦੇ ਤੁਸੀਂ ਕਹਿ ਨਹੀਂ ਸਕਦੇ ਕਿ ਉਹ ਪ੍ਰੋਫੈਸ਼ਨਲ ਨਹੀਂ everyone is professional ਬਿਲਕੁਲ ਜਿਸ ਤੋਂ ਪਹਿਲਾਂ ਕਿ ਅਸੀਂ ਹੋਰ ਕੁਐਸਚਨ ਤੁਹਾਡੇ ਕੋਲ ਪੁੱਛੇ ਅਸੀਂ ਚੱਲਦੇ ਆ ਛੋਟੇ ਜਿਹੇ ਬ੍ਰੇਕ ਦੇ ਉੱਤੇ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਹੁਣ ਅਸੀਂ ਮਨਦੀਪ ਜੀ ਨੂੰ ਮਲੇਸ਼ੀਆ ਤੇ ਬਾਲੀ ਬਾਰੇ ਤਾਂ ਬਹੁਤ ਕੁਝ ਪੁੱਛ ਲਿਆ ਹੁਣ ਅਸੀਂ ਚੱਲਦੇ ਹਾਂ ਕਿ ਉਹਨਾਂ ਦੀ ਸਰਵਿਸਿਜ਼ ਜਿਹਨਾਂ ਨੇ ਮੈਂਸ਼ਨ ਕੀਤਾ ਸੀ OCI ਉਹਦੇ ਬਾਰੇ ਕੁਝ ਪੁੱਛ ਲੈਂਦੇ ਆ ਸੋ ਮਨਦੀਪ ਜੀ ਸਾਨੂੰ ਇਹ ਦੱਸੋ ਕਿ ਕੌਣ ਅਪਲਾਈ ਕਰ ਸਕਦਾ OCI ਲਈ ਮਤਲਬ ਸਭ ਲੋਕ ਕਰ ਸਕਦੇ ਅਪਲਾਈ ਜਿਹੜੇ ਵੀ ਕੋਈ ਇੰਡੀਅਨ ਆ ਉਹ ਅਪਲਾਈ ਕਰ ਸਕਦੇ ਆ ਜੀ
ਸੋ OCI ਅਪਲਾਈ ਕਰਨ ਦਾ ਰੀਮਾ ਜੀ OCI is Overseas Citizen of India, ਰਾਈਟ, ਜਿਹੜੀ ਉਹਦੀ ਫੁੱਲ ਫਾਰਮ ਹੈਗੀ ਹੈ। 26th of January is the Republic Day। ਉਸ ਦਿਨ ਜਿਹੜਾ ਕਨਸਟੀਟਿਊਸ਼ਨ ਫੋਲੋ ਕਰਨਾ ਸ਼ੁਰੂ ਕੀਤਾ ਸੀ ਇੰਡੀਆ ਨੇ 26 January 1950। ਜੋ ਵੀ ਇੰਡੀਅਨ ਸਿਟੀਜ਼ਨ ਸੀਗਾ ਆਫਟਰ they started following the constitution on 26th of January 1950, ਉਹ ਅਪਲਾਈ ਕਰ ਸਕਦੇ ਹੈਗੇ ਆ for OCI। ਸੋ OCI ਵਾਸਤੇ ਅਪਲਾਈ ਕਰਨ ਵਾਸਤੇ ਤੁਸੀਂ ਜਾਂ ਤੁਹਾਡੇ ਪੇਰੈਂਟਸ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ, ਤੁਸੀਂ 3 ਜਨਰੇਸ਼ਨ ਤੱਕ OCI ਅਪਲਾਈ ਕਰ ਸਕਦੇ ਹੋ। ਉਹਨਾਂ ਨੂੰ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਇੱਕ ਨੂੰ ਇੰਡੀਅਨ ਨੈਸ਼ਨਲ ਹੋਣਾ ਜ਼ਰੂਰੀ ਹੈ। ਚਾਹੇ ਐਕਸ ਇੰਡੀਅਨ ਨੈਸ਼ਨਲ ਹੈ, ਚਾਹੇ ਇੰਡੀਅਨ ਨੈਸ਼ਨਲ ਹੈ। ਬੜੀ ਸਾਰੀ ਕਨਫਿਊਜ਼ਨ ਹੁੰਦੀ ਹੈ ਰੀਮਾ ਜੀ, ਕਿਉਂਕਿ ਕਾਫੀ ਸਾਰੇ ਸਾਡੀ ਕਮਿਊਨਿਟੀ ਦੇ ਜਿਹੜੇ ਲੋਕ ਹੈ ਨਾ, ਦੇ ਵਰ ਬੋਰਨ ਇਨ ਕੀਨੀਆ, ਰਾਈਟ, ਐਂਡ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕਿੱਦਾਂ ਡਿਰਾਈਵ ਕਰੀਏ ਕਿ ਅਸੀਂ ਇੰਡੀਅਨ ਨੈਸ਼ਨਲ ਹੈਗੇ ਆ। ਦੇਖੋ ਸਿੱਧੀ ਜੀ ਗੱਲ ਹੈ, ਇੰਡੀਆ ਜਿਹੜਾ ਨਾ ਹਰ ਚੀਜ਼ ਬਾਈ ਬੁੱਕ ਕਰਦਾ ਹੈ, ਠੀਕ ਹੈ। ਜੇ ਅਗਰ ਤੁਹਾਡੇ ਕੋਲ ਆਪਣੇ ਪੇਰੈਂਟਸ ਦੇ ਪਾਸਪੋਰਟ ਜਿਹੜੇ ਕਿ ਇੰਡੀਅਨ ਸੀਗੇ, ਜਾਂ ਆਪਣੇ ਪੇਰੈਂਟਸ ਦੇ ਸਕੂਲ ਸਰਟੀਫਿਕੇਟਸ, ਜਾਂ ਆਪਣੇ ਪੇਰੈਂਟਸ ਦੇ ਬਰਥ ਸਰਟੀਫਿਕੇਟਸ, ਇਹ ਚੀਜ਼ਾਂ ਹੈਗੀਆਂ ਜਿਹੜਾ ਕਿ ਪ੍ਰੂਵ ਕਰ ਸਕਣ ਕਿ ਉਹ ਇੰਡੀਅਨ ਨੈਸ਼ਨਲ ਸੀਗੇ ਐਟ ਵਨ ਪੁਆਇੰਟ ਆਫ ਟਾਈਮ, ਤੇ ਤੁਸੀਂ OCI ਅਪਲਾਈ ਕਰ ਸਕਦੇ ਹੋ। ਜਾਂ ਤੁਸੀਂ ਆਪ ਜੇ ਅਗਰ ਇੰਡੀਅਨ ਨੈਸ਼ਨਲ ਸੀਗੇ, ਨਾਓ ਯੂ ਹੈਵ ਗਿਵਨ ਅਪ ਯੂਰ ਨੈਸ਼ਨੈਲਿਟੀ, ਤਾਂ ਤੁਸੀਂ ਕਰ ਸਕਦੇ ਹੈਗੇ ਹੋ, ਜਾਂ ਤੁਹਾਡੇ ਪਾਰਟਨਰਸ ਜਾਂ ਤੁਹਾਡੇ ਬੱਚੇ ਅਪਲਾਈ ਕਰ ਸਕਦੇ ਆ OCI। ਮਗਰ ਜੇ ਤੁਸੀਂ ਪ੍ਰੂਵ ਨਹੀਂ ਕਰ ਸਕਦੇ ਕਿ ਤੁਸੀਂ ਜਾਂ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਇੰਡੀਅਨ ਸੀਗੇ, then it's very difficult for you to get the OCI। ਆਪ ਵੀ ਜਾਣਾ ਪੈਂਦਾ ਹੈ VFS, ਜਾਂ ਫਿਰ ਤੁਸੀਂ ਸਾਰਾ ਅਰੇਂਜ ਕਰ ਦਿੰਦੇ ਆ ਕਿ ਜਾਣ ਦੀ ਜ਼ਰੂਰਤ ਨਹੀਂ, ਤੁਸੀਂ ਅਪਲਾਈ ਕਰ ਦਿੰਦੇ ਆ? ਸੋ ਸਾਡੀ ਟੀਮ ਤੁਹਾਡੇ ਵਾਸਤੇ ਸਾਰਾ ਕੁਝ ਕਰਦੀ ਹੈ, from filling up the documents, uploading the documents to booking your appointment। ਮਗਰ ਅਪਾਇੰਟਮੈਂਟ ਤੁਹਾਨੂੰ ਆਪ ਹੀ ਜਾਣਾ ਪੈਂਦਾ ਹੈਗਾ। ਸੋ ਉਹਦਾ ਰੀਜ਼ਨ ਇਹ ਹੈਗਾ ਕਿ ਪਹਿਲੇ ਕੀ ਹੁੰਦਾ ਸੀਗਾ ਕਿ ਉਹ ਤੁਹਾਡਾ ਨਾ ਬ੍ਰਿਟਿਸ਼ ਪਾਸਪੋਰਟ ਰੱਖ ਲੈਂਦੇ ਸੀਗੇ, ਐਂਡ ਸਰੈਂਡਰ ਸਰਟੀਫਿਕੇਟ ਜਾਂ ਜੋ ਵੀ ਤੁਹਾਡਾ ਡਾਕੂਮੈਂਟ ਹੈ ਓਰੀਜਨਲ ਨੈਸ਼ਨੈਲਿਟੀ ਦਾ, ਤੇ ਉਹ ਬਾਅਦ ਵਿੱਚ ਪੋਸਟ ਕਰਦੇ ਹੁੰਦੇ ਸੀਗੇ ਵਿਦ ਯੋਰ OCI ਕਾਰਡ। ਮਗਰ ਹੁਣ ਕੀ ਕਰਦੇ ਆ ਕਿ ਉਹ ਉੱਥੇ ਜਾ ਕੇ ਤੁਹਾਡੇ ਡਾਕੂਮੈਂਟੇਸ਼ਨ ਦੇਖ ਕੇ, ਪਾਸਪੋਰਟ ਵਗੈਰਾ ਦੇਖ ਕੇ, ਉੱਥੇ ਤੁਹਾਨੂੰ ਵਾਪਸ ਕਰ ਦਿੰਦੇ ਆ ਸਾਰੇ ਡਾਕੂਮੈਂਟਸ। ਸੋ ਸਿਰਫ ਤੇ ਸਿਰਫ ਤੁਹਾਡਾ OCI ਬਾਅਦ ਵਿੱਚ ਬਣ ਕੇ ਆਉਂਦਾ ਹੈ। ਸੋ ਤਾਂ ਕਰਕੇ ਜ਼ਰੂਰੀ ਹੈ ਕਿ ਐਪਲੀਕੈਂਟ ਆਪ ਜਾਏ ਟੂ ਵੈਰੀਫਾਈ ਕਿ ਉਹ ਡਾਕੂਮੈਂਟਸ ਉਹਨਾਂ ਦੇ। ਸੋ ਜਿੰਨੀ ਦੇਰ OCI ਅਪਲਾਈ ਹੋ ਰਿਹਾ ਆ, ਕਿਉਂਕਿ 6 ਵੀਕਸ ਲੱਗ ਜਾਣਗੇ, ਸੋ ਇਨ ਬਿਟਵੀਨ ਕਿਉਂਕਿ ਮੇਰਾ ਪਾਸਪੋਰਟ ਮੇਰੇ ਕੋਲ ਆ, ਜੇ ਮੈਨੂੰ ਐਮਰਜੈਂਸੀ ਇੰਡੀਆ ਜਾਣਾ ਪਵੇ ਤਾਂ ਫਿਰ ਮੈਂ ਪਾਸਪੋਰਟ ਦੇ ਉੱਤੇ ਟਰੈਵਲ ਫੇਰ ਵੀ ਕਰ ਸਕਦਾ ਹਾਂ? ਤੁਸੀਂ ਟਰੈਵਲ ਕਰ ਸਕਦੇ ਹੋ। ਐਂਡ ਮੈਂ ਤੁਹਾਨੂੰ ਇਹ ਬੜਾ ਇੰਟਰਸਟਿੰਗ ਸਵਾਲ ਹੈ, ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਸਾਡੇ ਕੋਲ OCI ਹੈ, ਠੀਕ ਹੈ, ਔਰ OCI ਮਿਸਪਲੇਸ ਹੋ ਗਿਆ, ਗੁੰਮ ਗਿਆ, ਰਾਈਟ, ਔਰ ਬਾਈ ਚਾਂਸ ਸਾਨੂੰ ਇੰਡੀਆ ਟਰੈਵਲ ਕਰਨਾ ਪੈ ਰਿਹਾ, ਸਾਡਾ ਪਾਸਪੋਰਟ ਮਿਲ ਗਿਆ ਪਰ OCI ਨਹੀਂ ਮਿਲ ਰਿਹਾ। ਹੁਣ ਅਸੀਂ ਕੀ ਕਰੀਏ? ਵਾਟ ਡੂ ਵੀ ਡੂ? ਕਿੱਦਾਂ ਟਰੈਵਲ ਕਰੀਏ? ਈਵਨ though you have OCI, you can still get the E-visa, right? ਸੋ ਜੇ ਤੁਹਾਡੇ ਕੋਲ OCI ਹੈ ਨਹੀਂ ਹੈ, ਜਾਂ ਜਿਹੜਾ ਤੁਹਾਡਾ ਪੁਆਇੰਟ ਹੈ ਕਿ ਹਲੇ OCI ਬਣ ਕੇ ਨਹੀਂ ਆਇਆ, you can still get the E-visa, and ਤੁਸੀਂ E-visa ਤੇ ਟਰੈਵਲ ਕਰ ਸਕਦੇ ਹੋ। ਸੋ OCI ਲੈਣ ਦੇ ਬੈਨੀਫਿਟ ਕੀ ਹੈ ਕਿ ਮਤਲਬ ਕਿਉਂ ਲੈਣਾ ਚਾਹੀਦਾ ਕਿਸੇ ਨੂੰ OCI? ਦੇਖੋ, ਇੱਕ ਤੇ ਜਿਹੜਾ ਨਾ ਤੁਹਾਡੇ ਕੋਲ ਲਾਈਫ ਟਾਈਮ ਇੰਡੀਆ ਦਾ ਵੀਜ਼ਾ ਹੋ ਜਾਂਦਾ, ਬਿਨਾਂ ਰੋਕ ਟੋਕ ਦੇ ਤੁਸੀਂ ਟਰੈਵਲ ਕਰ ਸਕਦੇ ਹੋ। ਯੂ ਨੋ when this happened, this COVID, ਤੇ ਇਹਨਾਂ ਨੇ ਸਾਰੇ ਵੀਜ਼ੇ ਸਸਪੈਂਡ ਕਰਤੇ ਸੀ, ਸਿਰਫ OCI ਵੈਲਿਡ ਸੀ, OCI ਵੈਲਿਡ ਸੀਗਾ, ਤੇ ਜਿਨ੍ਹਾਂ ਕੋਲ ਵੀ OCI ਸੀਗਾ ਉਹਨਾਂ ਨੂੰ ਇਹ ਫਾਇਦਾ ਹੋ ਗਿਆ ਕਿ ਉਹ ਟਰੈਵਲ ਕਰ ਸਕਦੇ ਸੀ, ਪਰ ਜਿਹੜੇ ਵੀਜ਼ਾ ਸੀਗੇ ਸਸਪੈਂਡਡ ਸੀਗੇ ਤੇ ਉਹ ਟਰੈਵਲ ਨਹੀਂ ਕਰ ਸਕਦੇ ਸੀਗੇ। ਸੋ ਇੱਕ ਤਾਂ ਤੁਹਾਨੂੰ ਲਾਈਫ ਟਾਈਮ ਵੀਜ਼ਾ ਮਿਲ ਜਾਂਦਾ ਹੈ। ਦੂਸਰਾ ਇਹ ਹੈਗਾ ਕਿ ਜੇ ਅਗਰ ਤੁਸੀਂ ਇੰਡੀਆ ਦੇ ਵਿੱਚ E-ਵੀਜ਼ਾ ਜਾਂ ਕਿਸੇ ਟੂਰਿਸਟ ਵੀਜ਼ਾ ਤੇ ਟਰੈਵਲ ਕਰਦੇ ਹੋ, ਜੇ ਤੁਸੀਂ 90 ਦਿਨ ਤੋਂ ਜ਼ਿਆਦਾ ਰਹਿ ਰਹੇ ਹੋ, ਤੇ ਤੁਹਾਨੂੰ FRRO ਤੇ ਰਜਿਸਟਰ ਕਰਨਾ ਪੈਂਦਾ ਹੈ, ਜਾਂ ਪੁਲਿਸ ਰਜਿਸਟ੍ਰੇਸ਼ਨ। OCI ਦੇ ਵਿੱਚ ਇਹ ਨਹੀਂ ਹੈ। ਸੋ ਇਟ ਡਸਨਟ ਮੈਟਰ ਕਿ ਤੁਸੀਂ ਕਿੰਨਾ ਲੰਬਾ ਰਹੋ, ਚਾਹੇ ਤੁਸੀਂ ਸਾਲ ਰਹੋ, 2 ਸਾਲ ਰਹੋ, 5 ਸਾਲ। ਸੋ ਕੁਝ ਫॉर एग्जांपल ਕੋਈ ਐਕਟਰਸ ਵੀ ਹੈਗੇ ਆ, ਉਹਨਾਂ ਦੀ ਨੈਸ਼ਨੈਲਿਟੀ ਇੰਡੀਅਨ ਨਹੀਂ ਹੈ, ਬਟ ਦੇ ਹੈਵ OCI, so they can live in India forever. So if you have OCI and another nationality, you can live in India forever if you want. So once we have OCI, ਤੇ ਇੰਡੀਆ ਤੇ UK ਦਾ ਆਉਣ ਜਾਣ ਦਾ ਵੀ ਕੋਈ ਪ੍ਰੋਬਲਮ ਨਹੀਂ ਹੈ, ਹੋ ਜਾਂਦਾ ਹੈ। ਦੂਸਰੀ, ਤੁਸੀਂ ਸਾਰੇ ਰਾਈਟਸ ਐਕਸ਼ਨ ਜਿਹੜੇ ਇੰਡੀਅਨ ਨੈਸ਼ਨਲਸ ਦੇ ਕੋਲ ਹੈ, ਤੁਸੀਂ ਬੈਂਕ ਅਕਾਊਂਟ ਖੁਲਵਾ ਸਕਦੇ ਹੋ। ਸਿਰਫ ਤੇ ਸਿਰਫ ਤੁਸੀਂ ਜਿਹੜੀ ਪਲਾਂਟੇਸ਼ਨ ਹੋਰ ਐਗਰੀਕਲਚਰ ਲੈਂਡ ਹੈ, ਉਹ ਨਹੀਂ ਤੁਸੀਂ ਖਰੀਦ ਵੇਚ ਸਕਦੇ ਹੈਗੇ। ਬਾਕੀ ਜਿਹੜਾ ਹੈ ਉਹ ਤੁਸੀਂ ਸਾਰਾ ਕੁਝ ਕਰ ਸਕਦੇ ਹੋ। ਵੈਸੇ ਸਾਡਾ ਇੱਕ ਪ੍ਰੋਗਰਾਮ ਆਉਂਦਾ UK ਦਾ ਪਟਵਾਰੀ, ਗੁਰਤੇਜ ਸਿੰਘ ਜੀ ਦਾ, ਉਹ ਸਾਰਾ ਕੁਝ ਉਹਦੇ ਵਿੱਚ ਉਹ ਦੱਸ ਦਿੰਦੇ ਹੈਗੇ ਆ। ਦੇਖੋ, ਏਦਾਂ ਹੈਗਾ ਕਿ ਉਹਦੇ ਵਿੱਚ ਇੱਕ ਹੋਰ ਪੁਆਇੰਟ ਹੈ ਕਿ ਅਗਰ ਐਗਰੀਕਲਚਰ ਲੈਂਡ ਹੈ, ਤੁਸੀਂ ਖਰੀਦੀ ਨਹੀਂ ਹੈ, ਪਰ ਤੁਹਾਨੂੰ ਐਂਸੈਸਟਰਲੀ ਮਿਲ ਗਈ ਹੈ, ਤੇ ਤੁਸੀਂ ਕੀ ਕਰੋ? ਤੁਸੀਂ OCI ਹੋ,
ਸੋ ਹੋਰ ਕਾਫੀ ਕਿੰਨੀਆਂ ਕੰਪਲਿਕੇਟਡ details ਆ। ਚੀਜ਼ਾਂ ਕਈ ਵਾਰੀ ਹੁੰਦੀਆਂ, ਮਗਰ ਜੋ ਤੁਹਾਨੂੰ ਮਿਲੀ ਹੈ ਹੂੰ ਉਹਨੂੰ ਤੁਸੀਂ ਐਗਜ਼ੀਕਿਊਟ ਕਰ ਸਕਦੇ ਹੋ, ਪਰ Okay. ਤੁਸੀਂ ਖਰੀਦ ਵੇਚ ਨਹੀਂ ਸਕਦੇ ਹੋ। ਅੱਛਾ ਫਿਰ ਵੀ ਆਈ ਊਡ ਸੇ Yeah. ਕਿ ਸਭ ਤੋਂ ਬੈਸਟ ਬੈਨੀਫਿਟ ਇਹ ਹੈ ਕਿ ਸਾਨੂੰ ਇੰਡੀਆ ਜਾਣ ਵਾਸਤੇ ਵੀਜ਼ਾ ਨਹੀਂ ਲੈਣਾ ਪੈਂਦਾ ਇੰਡੀਆ ਬਿਕਾਜ਼ ਇਟਸ ਲਾਈਫ ਲੌਂਗ, ਹਾਂ ਇਟਸ ਲਾਈਫ ਲੌਂਗ। ਬਿਕਾਜ਼ ਆਈ ਥਿੰਕ ਇਹੀ ਮੇਨ ਬੈਨੀਫਿਟ ਹੈ, ਬਾਕੀ ਤਾਂ ਤੁਸੀਂ ਉਸੇ ਖੋਲ ਕੇ ਦੇਖੋਗੇ ਨਾ ਰੀਮਾ ਜੀ, ਜੇ ਤੁਹਾਡੇ ਕੋਲ ਹੈ ਤਾਂ ਦੇਖੋ ਕਿ ਉੱਤੇ ਕੋਈ ਐਕਸਪਾਇਰੀ ਡੇਟ ਨਹੀਂ ਹੈ। Yeah. ਸੋ ਇਟਸ ਅ ਲਾਈਫ, ਜਿੰਨੀ ਦੇਰ ਮੈਂ ਹੈਗੀ ਆ ਮੇਰਾ ਵੈਲਿਡ ਆ। ਹਾਂ ਤੁਹਾਡਾ ਸੋ valid ਇਹ ਹੈ। ਮਤਲਬ ਮੈਨੂੰ ਦੁਬਾਰਾ ਰੀਨਿਊ ਕਰਵਾਉਣ ਦੀ ਜ਼ਰੂਰਤ ਹੋ ਸੀ ਨਹੀਂ ਹੈ। ਹੈ ਸੋ ਉਹਦੇ ਵਿੱਚ ਕੀ ਹੁੰਦਾ, ਉਹਦੇ ਵਿੱਚ ਦੋ ਕੇਸਿਸ ਹੁੰਦੇ ਆ। ਇੱਕ ਹੁੰਦਾ ਹੈ ਕਿ ਜਿਨ੍ਹਾਂ ਦਾ OCI ਜਿਹੜੇ 20 ਸਾਲ ਜਾਂ 20 ਸਾਲ ਤੋਂ ਅੰਡਰ ਹੈ, ਜਦੋਂ ਉਹ ਤੁਹਾਡਾ OCI ਬਣਿਆ ਹੈ ਤੇ ਜਦੋਂ ਤੁਸੀਂ 20 ਇਅਰਸ ਆਫ ਏਜ ਕ੍ਰਾਸ ਕਰ ਜਾਂਦੇ ਹੋ ਤੇ ਤੁਹਾਨੂੰ ਨਵੀਂ ਬੁਕਲੇਟ ਲੈਣੀ ਪੈਂਦੀ ਹੈ। ਯੂ ਹੈਵ ਟੂ ਗੈਟ ਅ ਨਿਊ OCI ਬੁਕਲੇਟ, ਠੀਕ ਹੈ। ਫਿਰ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਆਪਣਾ ਪਾਸਪੋਰਟ ਰੀਨਿਊ ਕਰਦੇ ਹੋ, ਉਸ ਟਾਈਮ ਤੇ ਤੁਹਾਨੂੰ, ਕਿਉਂਕਿ ਤੁਹਾਡਾ ਪਾਸਪੋਰਟ ਚੇਂਜ ਹੋ ਜਾਂਦਾ ਹੈ, ਤੁਸੀਂ ਆਪਣੀ OCI ਬੁਕਲੇਟ ਦਾ ਲਾਸਟ ਪੇਜ ਦੇਖੋਗੇ ਨਾ ਤੇ ਉੱਤੇ ਤੁਹਾਡੇ ਪਾਸਪੋਰਟ, ਜਿਸ ਪਾਸਪੋਰਟ ਤੇ ਇਸ਼ੂ ਹੋਇਆ ਨੰਬਰ ਲਿਖਿਆ ਹੁੰਦਾ ਹੈ। ਸੋ ਐਵਰੀ ਟਾਈਮ ਵੈਨ ਯੂ ਰੀਨਿਊ ਯਰ ਪਾਸਪੋਰਟ ਯੂ ਹੈਵ ਟੂ ਅਪਲੋਡ ਯੂਰ ਡਾਕੂਮੈਂਟਸ ਆਨਲਾਈਨ। ਉਹ ਸਾਡੀ ਟੀਮ ਵੀ ਤੁਹਾਡੇ ਵਾਸਤੇ ਕਰ ਸਕਦੀ ਹੈ, ਨਹੀਂ ਤੇ OCI ਮਿਸਲੇਨੀਅਸ ਸਰਵਿਸ ਹੈ, ਤੁਸੀਂ ਆਪ ਵੀ ਕਰ ਸਕਦੇ ਹੋ। ਤੇ ਫਿਰ ਉਹ ਤੁਹਾਡਾ ਜਿਹੜਾ ਐਗਜ਼ਿਸਟਿੰਗ OCI ਹੈ ਨਵੇਂ ਪਾਸਪੋਰਟ ਦੇ ਨਾਲ ਐਸੋਸੀਏਟ ਹੋ ਜਾਂਦਾ ਹੈ। ਦੈਟਸ ਗ੍ਰੇਟ। ਸੋ ਹੁਣ ਅੱਜ ਅਸੀਂ ਕਾਫੀ ਜਾਣਕਾਰੀ ਲਿੱਤੀ ਆ OCI ਬਾਰੇ ਤੇ ਮਲੇਸ਼ੀਆ ਤੇ ਬਾਲੀ ਬਾਰੇ। ਅਸੀਂ ਤੁਹਾਨੂੰ ਫੇਰ ਮਿਲਾਂਗੇ, ਉਨੀ ਦੇਰ ਤੱਕ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰੀਮਾ ਜੀ। ਸਤਿ ਸ਼੍ਰੀ ਅਕਾਲ।